ਅੱਜ ਆਓ ਅਸੀਂ ਝੂਠ ਵਿੱਚੋਂ ਸੱਚ ਨੂੰ ਪਹਿਚਾਣੀਏ। ਇਸ ਉਪਦੇਸ਼ ਸਿਰਲੇਖ ਹੇਠ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਇਸ ਸੰਸਾਰ ਵਿੱਚ, ਸਾਡੇ ਰੋਜ਼ਾਨਾ ਜੀਵਨ ਵਿੱਚ, ਸਾਡੇ ਆਲੇ ਦੁਆਲੇ ਮਨੁੱਖ ਲੱਖਾਂ ਚੀਜ਼ਾਂ ਦਾ ਸਾਹਮਣਾ ਕਰਦਾ ਹੈ। ਉਹਨਾਂ ਵਿੱਚੋਂ ਕੁਝ ਸੱਚ ਹੈ ਅਤੇ ਕੁਝ ਝੂਠ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਮੀਡੀਆ ਤੇ ਸਮਾਚਾਰ ਦੇਖਦੇ ਹਾਂ, ਅਤੀਤ ਵਿੱਚ ਅਸੀਂ ਮੰਨਦੇ ਸੀ ਕਿ ਮੀਡੀਆ ਸਿਰਫ ਉਹਨਾਂ ਮਾਮਲਿਆਂ ਤੇ ਰਿਪੋਰਟ ਕਰਦਾ ਹੈ ਜੋ ਸੱਚ ਹੈ। ਹਾਲਾਂਕਿ ਇਹਨਾਂ ਦਿਨਾਂ ਵਿੱਚ ਸਾਨੂੰ ਪਤਾ ਚੱਲ ਰਿਹਾ ਹੈ ਕਿ ਕਈ ਝੂਠੇ ਸਮਾਚਾਰ ਵੀ ਹਨ ਜੋ ਇੰਟਰਨੈਟ ਅਤੇ ਹੋਰ ਮਾਸ ਮੀਡੀਆ ਦੇ ਦੁਆਰਾ ਅਕਸਰ ਪ੍ਰਸਾਰਿਤ ਹੁੰਦੇ ਹਨ। ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ ਤਾਂ ਸੱਚ ਅਤੇ ਝੂਠ ਹੈ। ਇਸ ਕਰਕੇ ਸਾਨੂੰ ਝੂਠ ਵਿੱਚੋਂ ਸੱਚ ਨੂੰ ਪਹਿਚਾਨਣ ਲਈ ਬੁੱਧੀ ਦੀ ਜ਼ਰੂਰਤ ਹੈ। ਬਾਈਬਲ ਵਿੱਚ ਰਾਜਾ ਸੁਲੇਮਾਨ ਨੂੰ ਬੁੱਧੀ ਦੇ ਰਾਜੇ ਦੇ ਰੂਪ ਵਿੱਚ ਦੱਸਿਆ ਗਿਆ ਹੈ ਨਾ? ਪਰਮੇਸ਼ਵਰ ਨੇ ਸੁਲੇਮਾਨ ਨੂੰ ਇੱਕ ਪ੍ਰਤਿਭਾ ਦੇ ਰੂਪ ਵਿੱਚ ਝੂਠ ਵਿੱਚੋਂ ਸੱਚ ਨੂੰ ਪਹਿਚਾਨਣ ਦੀ ਯੋਗਤਾ ਦਿੱਤੀ। ਇੱਕ ਹੀ ਘਰ ਵਿੱਚ ਦੋ ਔਰਤਾਂ ਰਹਿੰਦੀਆਂ ਸੀ ਅਤੇ ਦੋਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇੱਕ ਦਿਨ ਸੌਣ ਦੇ ਸਮੇਂ ਉਹਨਾਂ ਵਿੱਚੋਂ ਇੱਕ ਆਪਣੇ ਹੀ ਬੱਚੇ ਦੇ ਉੱਪਰ ਸੋ ਗਈ ਅਤੇ ਉਸ ਬੱਚੇ ਦੀ ਮੌਤ ਹੋ ਗਈ। ਇਸ ਲਈ ਉਸਨੇ ਆਪਣੇ ਮਰੇ ਹੋਏ ਬੇਟੇ ਨੂੰ ਦੂਸਰੀ ਔਰਤ ਦੇ ਨਾਲ ਰੱਖ ਦਿੱਤਾ ਅਤੇ ਦੂਸਰੇ ਬੱਚੇ ਨੂੰ ਲੈ ਲਿਆ। ਜਦੋਂ ਦੂਸਰੀ ਔਰਤ ਉੱਠੀ ਤਾਂ ਬੱਚਾ ਮਰਿਆ ਹੋਇਆ ਪਾਇਆ, ਪਰ ਜਦੋਂ ਉਸਨੇ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਇਹ ਉਸਦਾ ਬੇਟਾ ਨਹੀਂ ਸੀ। ਤਾਂ ਉਸਨੇ ਪਹਿਲੀ ਔਰਤ ਦੇ ਨਾਲ ਬੱਚੇ ਨੂੰ ਦੇਖਿਆ, ਉਹ ਉਸਦਾ ਬੇਟਾ ਸੀ। ਭਾਵੇਂ ਬੱਚਾ ਕਿੰਨਾ ਛੋਟਾ ਕਿਉਂ ਨਾ ਹੋਵੇ, ਮਾਤਾ ਨੂੰ ਤੁਰੰਤ ਪਤਾ ਚੱਲਦਾ ਹੈ ਕਿ ਉਸਦਾ ਬੱਚਾ ਕੌਣ ਹੈ। ਇਸ ਮਾਮਲੇ ਨੂੰ ਲੈ ਕੇ ਦੋਨੋਂ ਔਰਤਾਂ ਰਾਜਾ ਸੁਲੇਮਾਨ ਕੋਲ ਆਈਆਂ। ਇਹ ਬੱਚਾ ਮੇਰਾ ਹੈ, ਪਰ ਉਸ ਔਰਤ ਨੇ ਆਪਣੇ ਮਰੇ ਹੋਏ ਬੱਚੇ ਨੂੰ ਮੇਰੇ ਨਾਲ ਰੱਖ ਦਿੱਤਾ ਅਤੇ ਮੇਰੇ ਬੱਚੇ ਨੂੰ ਲੈ ਲਿਆ ਜਿਵੇਂ ਕਿ ਉਹ ਉਸਦਾ ਬੱਚਾ ਹੋਵੇ। ਕਿਰਪਾ ਕਰਕੇ ਮੁਕੱਦਮੇ ਦੇ ਦੁਆਰਾ ਸੱਚ ਪ੍ਰਗਟ ਕਰ ਦਿਓ। ਉਹ ਇਸ ਮਾਮਲੇ ਨੂੰ ਲੈ ਕੇ ਰਾਜੇ ਦੇ ਕੋਲ ਆਈਆਂ। ਇਹਨਾਂ ਦਿਨਾਂ ਵਿੱਚ ਅਸੀਂ DNA ਟੈਸਟ ਦੇ ਦੁਆਰਾ ਇਹ ਪਤਾ ਲਗਾ ਸਕਦੇ ਹਾਂ ਕਿ ਸੱਚੀ ਮਾਤਾ ਕੌਣ ਹੈ, ਪਰ ਇਹ ਬਹੁਤ ਲੰਬੇ ਸਮੇਂ ਪਹਿਲਾਂ ਦੀ ਗੱਲ ਸੀ। ਉਹਨਾਂ ਦਿਨਾਂ ਵਿੱਚ ਜਦੋਂ ਉਹਨਾਂ ਕੋਲ ਕੋਈ ਵਿਗਿਆਨਿਕ ਤਰੀਕਾ ਨਹੀਂ ਸੀ, ਇਸ ਲਈ ਸੱਚੀ ਮਾਤਾ ਨੂੰ ਲੱਭਣਾ ਬਹੁਤ ਹੀ ਮੁਸ਼ਕਿਲ ਕੰਮ ਸੀ। ਉਸ ਸਮੇਂ ਬਹੁਤ ਸਾਰੇ ਲੋਕ ਧਿਆਨ ਨਾਲ ਦੇਖ ਰਹੇ ਸੀ ਕਿ ਰਾਜਾ ਸੁਲੇਮਾਨ ਕਿਵੇਂ ਫੈਸਲਾ ਕਰੇਗਾ। ਉਹਨਾਂ ਦਿਨਾਂ ਵਿੱਚ ਇਜ਼ਰਾਈਲ ਦੇ ਨਿਯਮ ਦੇ ਅਨੁਸਾਰ ਜਦੋਂ ਦੋ ਪੱਖ ਇੱਕ ਹੀ ਵਸਤੂ ਲਈ ਸਵਾਮੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਜੇਕਰ ਸੱਚਾਈ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਸੀ ਤਾਂ ਉਹਨਾਂ ਨੂੰ ਵਸਤੂ ਨੂੰ ਵੰਡ ਕੇ ਅਤੇ ਅੱਧੀ ਕਰਕੇ ਦੇਣੀ ਪੈਂਦੀ ਸੀ। ਇਸ ਲਈ ਉਸ ਨਿਯਮ ਦੇ ਅਨੁਸਾਰ ਸੁਲੇਮਾਨ ਨੇ ਇੱਕ ਫੈਸਲਾ ਸੁਣਾਇਆ। ਇਸ ਔਰਤ ਦਾ ਦਾਅਵਾ ਹੈ ਕਿ ਬੱਚਾ ਉਸਦਾ ਬੇਟਾ ਹੈ। ਉਸ ਔਰਤ ਦਾ ਦਾਅਵਾ ਹੈ ਕਿ ਉਹ ਉਸਦਾ ਹੈ। ਰਾਜਾ ਸੁਲੇਮਾਨ ਨੇ ਕਿਹਾ, ਬੱਚੇ ਦੇ 2 ਟੁਕੜੇ ਕਰ ਦਿਓ ਅਤੇ ਅੱਧਾ ਇਸ ਨੂੰ ਅਤੇ ਅੱਧਾ ਉਸ ਨੂੰ ਦਿਓ। ਇਸ ਫੈਸਲੇ ਵਿੱਚ ਸੁਲੇਮਾਨ ਦੀ ਬੁੱਧੀ ਛਿਪੀ ਹੈ। ਰਾਜਾ ਸੁਲੇਮਾਨ ਨੇ ਮਾਵਾਂ ਦਾ ਅਸਲੀ ਸੁਭਾਅ ਸਮਝਿਆ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਦੱਸ ਸਕੇਗਾ ਕਿ ਸੱਚੀ ਮਾਤਾ ਕੌਣ ਹੈ। ਇਸ ਲਈ ਉਸਨੇ ਬਾਲਕ ਦੇ 2 ਟੁਕੜੇ ਕਰਨ ਦਾ ਹੁਕਮ ਦਿੱਤਾ। ਬਾਲਕ ਦੇ 2 ਟੁਕੜੇ ਕਰਨ ਲਈ ਬਾਲਕ ਨੂੰ ਮਾਰਨਾ ਪਵੇਗਾ, ਪਰ ਸੁਲੇਮਾਨ ਇੱਕ ਬੇਦਰਦ ਰਾਜਾ ਨਹੀਂ ਸੀ। ਜਿਵੇਂ ਉਸਦੇ ਨਾਮ ਸੁਲੇਮਾਨ ਦਾ ਮਤਲਬ ਸ਼ਾਂਤੀ ਸੀ, ਠੀਕ ਉਸੇ ਤਰ੍ਹਾਂ ਉਹ ਇੱਕ ਇਸ ਤਰ੍ਹਾਂ ਦਾ ਰਾਜਾ ਸੀ ਜੋ ਸ਼ਾਂਤੀ ਅਤੇ ਸਦਭਾਵਨਾ ਨਾਲ ਪਿਆਰ ਕਰਦਾ ਸੀ ਅਤੇ ਕਦੀ ਵੀ ਬੇਦਰਦ ਜਾਂ ਬੇਰਹਿਮ ਨਹੀਂ ਸੀ। ਜਦੋਂ ਕੱਟਣ ਵਾਲੇ ਨੇ ਬਾਲਕ ਨੂੰ 2 ਟੋਟੇ ਕਰਨ ਲਈ ਤਲਵਾਰ ਖਿੱਚੀ ਤਾਂ ਸੱਚੀ ਮਾਤਾ ਨੇ ਕੀ ਕਿਹਾ? ਉਹ ਕਿਰਪਾ ਜਿਉਂਦੇ ਬਾਲਕ ਨੂੰ ਉਸ ਨੂੰ ਦੇ ਦਿਓ, ਪਰ ਉਸ ਦੀ ਜ਼ਿੰਦਗੀ ਬਖਸ਼ ਦਿਓ। ਝੂਠੀ ਮਾਤਾ ਨੇ ਕੀ ਕਿਹਾ? ਉਹ ਨਾ ਤਾਂ ਮੇਰਾ ਹੋਵੇ ਅਤੇ ਨਾ ਤੇਰਾ, ਉਹ 2 ਟੋਟੇ ਕੀਤਾ ਜਾਵੇ। ਦੋਨੋਂ ਔਰਤਾਂ ਦੀ ਪ੍ਰਤੀਕਿਰਿਆ ਬਿਲਕੁਲ ਅਲੱਗ ਸੀ। ਇਸ ਤੇ ਸੁਲੇਮਾਨ ਨੇ ਕਿਹਾ, ਉਹ ਸੱਚੀ ਮਾਤਾ ਹੈ। ਉਹ ਔਰਤ ਜਿਸ ਨੇ ਬਾਲਕ ਦੇ ਜੀਵਨ ਦੀ ਬੇਨਤੀ ਕੀਤੀ, ਭਾਵੇਂ ਉਸ ਨੂੰ ਇਹ ਨਹੀਂ ਦਿੱਤਾ ਜਾਵੇ, ਉਹ ਸੱਚੀ ਮਾਤਾ ਹੈ। ਉਸ ਔਰਤ ਨੂੰ
ਜਿਉਂਦਾ ਬਾਲਕ ਦੇ ਦਿਓ। ਪਰਮੇਸ਼ਵਰ ਨੇ ਜੋ ਬੁੱਧੀ ਦਿੱਤੀ ਉਸ ਦੇ ਦੁਆਰਾ ਸੱਚ ਅਤੇ ਝੂਠ ਬੇਨਕਾਬ ਹੋਇਆ। ਇਸ ਯੁੱਗ ਲਈ ਜਿਸ ਵਿੱਚ ਅਸੀਂ ਰਹਿੰਦੇ ਹਾਂ, ਬਾਈਬਲ ਨੇ ਸਾਨੂੰ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਝੂਠੇ ਨਬੀ ਅਤੇ ਝੂਠੇ ਮਸੀਹ ਪ੍ਰਗਟ ਹੋਣਗੇ ਅਤੇ ਉਹ ਜੇਕਰ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਇਸ ਕਰਕੇ ਸਾਡੇ ਕੋਲ ਵੀ ਉਹ ਬੁੱਧੀ ਹੋਣੀ ਚਾਹੀਦੀ ਹੈ ਜੋ ਸੁਲੇਮਾਨ ਨੇ ਪਰਮੇਸ਼ਵਰ ਤੋਂ ਪ੍ਰਾਪਤ ਕੀਤੀ ਸੀ, ਤਾਂ ਜੋ ਇਸ ਯੁੱਗ ਵਿੱਚ ਅਸੀਂ ਝੂਠ ਵਿੱਚੋਂ ਸੱਚ ਨੂੰ ਪਹਿਚਾਨ ਸਕੀਏ। ਜੇਕਰ ਸਾਡੇ ਕੋਲ ਇਸ ਤਰ੍ਹਾਂ ਦੀ ਬੁੱਧੀ ਨਹੀਂ ਹੈ ਤਾਂ ਚੁਣੇ ਹੋਇਆਂ ਨਾਲ ਵੀ ਕੀ ਹੋਵੇਗਾ? ਸਾਡੇ ਆਲੇ ਦੁਆਲੇ ਹੋ ਰਹੀਆਂ ਅਲੱਗ ਪ੍ਰਕਾਰ ਦੀਆਂ ਚਲਾਕ ਯੋਜਨਾਵਾਂ ਨਾਲ ਅਸੀਂ ਭਰਮਾਏ ਵੀ ਜਾ ਸਕਦੇ ਹਾਂ। ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਇਸ ਤਰ੍ਹਾਂ ਦੇ ਹਾਲਾਤ ਹਨ। ਜੇਕਰ ਅਸੀਂ ਭਰਮਾਏ ਜਾਈਏ ਅਤੇ ਸਦੀਪਕ ਸਵਰਗ ਦੇ ਰਾਜ ਦੇ ਠੀਕ ਸਾਹਮਣੇ ਮੁਕਤੀ ਨੂੰ ਗਵਾ ਦਈਏ ਤਾਂ ਇਹ ਕਿੰਨਾ ਬਦਕਿਸਮਤ ਅਤੇ ਤਰਸਵਾਨ ਹੋਵੇਗਾ। ਸੁਲੇਮਾਨ ਮਹਾਨ ਬੁੱਧੀ ਦੇ ਨਾਲ ਨਹੀਂ ਜੰਮਿਆ ਸੀ, ਪਰ ਉਸ ਨੂੰ ਉਹ ਕਿਸ ਨੇ ਦਿੱਤੀ? ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਉਸ ਨੂੰ ਬੁੱਧੀ ਦਿੱਤੀ। ਉਸੇ ਤਰ੍ਹਾਂ ਸਾਨੂੰ ਵੀ ਪਰਮੇਸ਼ਵਰ ਦੇ ਵਚਨਾਂ ਦੇ ਦੁਆਰਾ ਬੁੱਧੀ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬੁਰਾਈ ਨੂੰ ਹਰਾ ਸਕੀਏ ਅਤੇ ਹਰ ਹਾਲਾਤ ਵਿੱਚ ਪਰਮੇਸ਼ਵਰ ਦੀ ਪਵਿੱਤਰ ਅਤੇ ਧਾਰਮਿਕ ਇੱਛਾ ਨੂੰ ਫੜ ਕੇ ਰੱਖ ਸਕੀਏ। ਆਓ ਅਸੀਂ ਹੋਸ਼ੇ ਅਧਿਆਇ 6 ਤੇ ਇੱਕ ਨਜ਼ਰ ਪਾਈਏ। ਆਇਤ 3, ਆਓ ਅਸੀਂ ਜਾਣੀਏ ਅਸੀਂ ਕਿਸ ਨੂੰ? ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। ਜਦੋਂ ਅਸੀਂ ਪਰਮੇਸ਼ਵਰ ਨੂੰ ਜਾਣਨ ਲਈ ਕੋਸ਼ਿਸ਼ ਕਰਾਂਗੇ ਫਿਰ ਅਸੀਂ ਝੂਠ ਵਿੱਚੋਂ ਸੱਚ ਨੂੰ ਪਛਾਣ ਸਕਾਂਗੇ, ਕਿਉਂਕਿ ਪਰਮੇਸ਼ਵਰ ਉਹ ਹਨ ਜੋ ਹਮੇਸ਼ਾ ਸੱਚ ਵੱਲ ਸਾਡੀ ਅਗਵਾਈ ਕਰਦੇ ਹਨ। ਤਾਂ ਫਿਰ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਕੀ ਕਹਿੰਦੇ ਹਾਂ? ਅਸੀਂ ਇਸ ਨੂੰ ਸੱਚ ਕਹਿੰਦੇ ਹਾਂ ਕਿ ਨਹੀਂ? ਪਰਮੇਸ਼ਵਰ ਦਾ ਵਚਨ ਹੀ ਸੱਚ ਹੈ। ਜੇਕਰ ਸਾਡੇ ਮਨ ਵਿੱਚ ਹਮੇਸ਼ਾ ਪਰਮੇਸ਼ਵਰ ਦਾ ਵਚਨ ਹੈ ਤਾਂ ਇਹ ਪਛਾਣਦੇ ਹੋਏ ਕਿ ਅਸੀਂ ਵਚਨ ਦੇ ਅਨੁਸਾਰ ਜੀ ਰਹੇ ਹਾਂ ਜਾਂ ਨਹੀਂ, ਅਸੀਂ ਹਮੇਸ਼ਾ ਸੱਚ ਦੇ ਪਾਸੇ ਖੜੇ ਰਹਿ ਸਕਾਂਗੇ। ਆਓ ਅਸੀਂ ਆਇਤ 3 ਦੇ ਨਾਲ ਜਾਰੀ ਰਹੀਏ। ਆਓ ਅਸੀਂ ਜਾਣੀਏ ਅਸੀਂ ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। ਉਹਦਾ ਨਿਕਲਣਾ ਫਜਰ ਵਾਂਗੂ ਯਕੀਨੀ ਹੈ। ਉਹ ਸਾਡੇ ਕੋਲ ਵਰਖਾ ਵਾਂਗੂ ਆਵੇਗਾ, ਛੇਕੜਲੀ ਵਰਖਾ ਵਾਂਗੂ ਜਿਹੜੀ ਭੂਮੀ ਨੂੰ ਸਿੰਜਦੀ ਹੈ। ਆਇਤ 6, ਮੈਂ ਦਇਆ ਚਾਹੁੰਦਾ ਹਾਂ ਨਾ ਬਲੀਦਾਨ ਅਤੇ ਪਰਮੇਸ਼ਵਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ ਇਹ ਚਾਹੁੰਦਾ ਹਾਂ ਕਿ ਲੋਕ ਪਰਮੇਸ਼ਵਰ ਦਾ ਕੀ ਗਿਆਨ ਰੱਖਣ। ਕੀ ਮੈਨੂੰ ਝੂਠ ਤੋਂ ਭਰਮਾਇਆ ਜਾ ਰਿਹਾ ਹੈ? ਇਹ ਕਹਿੰਦਾ ਹੈ ਕਿ ਇਸ ਪ੍ਰਕਾਰ ਦਾ ਮਨ ਸਿਰਫ ਪਰਮੇਸ਼ਵਰ ਦਾ ਗਿਆਨ ਰੱਖਣ ਨਾਲ ਆਉਂਦਾ ਹੈ। 2000 ਸਾਲ ਪਹਿਲਾਂ ਯੀਸ਼ੂ ਧਰਤੀ ਉੱਤੇ ਆਏ ਅਤੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਬਹੁਤ ਸਾਰੇ ਸਬਕ ਅਤੇ ਸਿੱਖਿਆਵਾਂ ਦਿੱਤੀਆਂ। ਇੱਕ ਦਿਨ ਯੀਸ਼ੂ ਨੇ ਚੇਲਿਆਂ ਨੂੰ ਪੁੱਛਿਆ ਕਿ ਉਹ ਪਰਮੇਸ਼ਵਰ ਨੂੰ ਠੀਕ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ ਕਿ ਨਹੀਂ। ਮੱਤੇ ਅਧਿਆਇ 16 ਵਚਨ 13 ਵਿੱਚ ਇਹ ਲਿਖਿਆ ਹੈ। ਯੀਸ਼ੂ ਨੇ ਕੈਸਰੀਆ ਫਿਲਿੱਪੀਆ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਇਹ ਪੁੱਛਣ ਦੀ ਬਜਾਏ ਕਿ ਲੋਕਾਂ ਦੇ ਕੋਲ ਠੀਕ ਤਰ੍ਹਾਂ ਨਾਲ ਮੇਰਾ ਗਿਆਨ ਹੈ, ਯੀਸ਼ੂ ਨੇ ਘੁਮਾ ਕੇ ਪੁੱਛਿਆ, ਲੋਕ ਮਨੁੱਖ ਦੇ ਪੁੱਤਰ ਨੂੰ ਕੀ ਕਹਿੰਦੇ ਹਨ? ਉਹਨਾਂ ਨੇ ਚੇਲਿਆਂ ਤੋਂ ਪੁੱਛਿਆ ਕਿ ਉਹ ਯੀਸ਼ੂ ਮਸੀਹ ਦੇ ਬਾਰੇ ਵਿੱਚ ਕਿੰਨਾ ਸਮਝਦੇ ਹਨ। ਆਇਤ 13, ਯੀਸ਼ੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਆਇਤ 14, ਉਹ ਬੋਲੇ, ਕਈ ਤਾਂ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ। ਕੀ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਯੀਸ਼ੂ ਨੂੰ ਸਹੀ ਤਰੀਕੇ ਨਾਲ ਸਮਝਿਆ ਸੀ? ਸੰਸਾਰ ਦੇ ਲੋਕਾਂ ਨੇ ਯੀਸ਼ੂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਿਆ ਸੀ। ਉਹਨਾਂ ਨੇ ਸਹੀ ਜਵਾਬ ਨਹੀਂ ਦਿੱਤਾ। ਇਸ ਕਰਕੇ ਯੀਸ਼ੂ ਨੇ ਚੇਲਿਆਂ ਨੂੰ ਆਇਤ 15 ਵਿੱਚ ਪੁੱਛਿਆ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ? ਯੀਸ਼ੂ ਨੇ ਪੁੱਛਿਆ, ਤੁਸੀਂ ਮੈਨੂੰ ਕੀ ਮੰਨਦੇ ਹੋ? ਆਇਤ 16, ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਮਸੀਹ ਹੈ।
하나님의 아들이라고 한다면 ਪਰਮੇਸ਼ਵਰ ਦੇ ਪੁੱਤਰ ਦੇ ਬਾਰੇ ਯਸ਼ਾਇਆ ਅਧਿਆਇ 9 ਵਿੱਚ ਲਿਖਿਆ ਗਿਆ ਹੈ। 아들이 우리에게 ਇੱਕ ਪੁੱਤਰ ਦਿੱਤਾ ਗਿਆ ਅਤੇ ਪੁੱਤਰ ਸ਼ਕਤੀਮਾਨ ਪਰਮੇਸ਼ਵਰ ਅਨਾਦਿ ਪਿਤਾ ਹੈ। 그럼 베드로의 이 대답은 ਦੂਸਰੇ ਸ਼ਬਦਾਂ ਵਿੱਚ ਪਤਰਸ ਦਾ ਮਤਲਬ ਸੀ ਕਿ ਯੀਸ਼ੂ ਪਰਮੇਸ਼ਵਰ ਹਨ। 당신은 하나님 ਉਸਨੇ ਉੱਤਰ ਦਿੱਤਾ, ਤੁਸੀਂ ਪਰਮੇਸ਼ਵਰ ਹੋ। ਆਇਤ 17 예수께서 대답하여 ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, 시몬아 네가 보 ਧੰਨ ਹੈ ਤੂੰ ਸ਼ਮੌਨ ਬਰ ਓਨਾ। 사람들이 했던 그 답은 ਲੋਕਾਂ ਨੇ ਸਾਰੇ ਗਲਤ ਜਵਾਬ ਦਿੱਤੇ। 사람은 예레미야 ਕੁਝ ਨੇ ਇਰਮੀਆ 또 어떤 사람은 ਜਾਂ ਨਬੀਆਂ ਵਿੱਚੋਂ ਇੱਕ ਕਿਹਾ 하더이다. ਅਤੇ ਕੁਝ ਨੇ ਏਲੀਆ ਕਿਹਾ। ਕਈ ਅਲੱਗ-ਅਲੱਗ ਜਵਾਬ ਸੀ, ਪਰ ਯੀਸ਼ੂ ਨੇ 베드로의 그 대답 ਪਤਰਸ ਦੇ ਉੱਤਰ ਨੂੰ ਸਹੀ ਉੱਤਰ ਦੇ ਰੂਪ ਵਿੱਚ ਸਵੀਕਾਰ ਕੀਤਾ। ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰ ਓਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸੁਰਗ ਵਿੱਚ ਖੋਲਿਆ ਜਾਵੇਗਾ। 많은 사람들은 그냥 ਜ਼ਿਆਦਾਤਰ ਲੋਕਾਂ ਨੇ ਸੋਚਿਆ ਕਿ ਯੀਸ਼ੂ ਸਿਰਫ ਨਾਸਰੀ ਦੇ ਤਰਖਾਨ ਯੂਸਫ ਦਾ ਪੁੱਤਰ ਅਤੇ ਮਰੀਮ ਦਾ ਪੁੱਤਰ ਸੀ। ਪਰ ਜਦੋਂ ਯੀਸ਼ੂ ਨੇ ਪੁੱਛਿਆ, ਤੁਸੀਂ ਮੈਨੂੰ ਕੀ ਕਹਿੰਦੇ ਹੋ? ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। 예수님께서 ਯੀਸ਼ੂ ਨੇ ਕਿਹਾ, ਤੂੰ ਧੰਨ ਹੈ। 다른 ਭਾਵੇਂ ਜ਼ਿਆਦਾਤਰ ਹੋਰ ਲੋਕ ਸਹੀ ਤਰ੍ਹਾਂ ਨਹੀਂ ਸਮਝ ਸਕੇ, ਪਰ ਤੂੰ ਸਹੀ ਢੰਗ ਨਾਲ ਸਮਝਿਆ, 그러므로 내가 ਤਾਂ ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ 또 내 ਅਤੇ ਮੈਂ ਇਸ ਪੱਥਰ ਤੇ ਆਪਣੀ ਕਲੀਸਿਆ ਬਣਾਵਾਂਗਾ। 예수님께서 ਪਤਰਸ ਦੇ ਜਵਾਬ ਨੂੰ ਸੁਣਨ ਤੋਂ ਬਾਅਦ ਯੀਸ਼ੂ ਨੇ ਪਤਰਸ ਨੂੰ ਜ਼ਿਆਦਾ ਕਿਰਪਾ ਅਤੇ ਆਸ਼ੀਸ਼ ਦਿੱਤੀ। 복을 주신 ਇਹ ਸਿਰਫ 성령 ਪੁੱਤਰ ਦੇ ਯੁੱਗ ਨਾਲ ਜੁੜੀ ਨਹੀਂ ਹੈ। 마지막에 성령 ਪਵਿੱਤਰ ਆਤਮਾ ਦੇ ਇਸ ਅੰਤਮ ਯੁੱਗ ਵਿੱਚ ਵੀ ਭਾਵੇਂ ਕਈ ਲੋਕਾਂ ਨੇ 지나가는 ਸਾਡੇ ਪਰਮੇਸ਼ਵਰ ਨੂੰ ਸਿਰਫ ਇੱਕ ਤਰਸਵੰਤ ਗਵਾਂਢੀ ਜਾਂ ਇੱਕ ਭਲੇ ਇਨਸਾਨ ਦੇ ਰੂਪ ਵਿੱਚ ਮੰਨਿਆ, ਪਰ ਜੇਕਰ ਅਸੀਂ ਆਪਣੇ ਵਿਸ਼ਵਾਸ ਨੂੰ ਇਹ ਕਹਿੰਦੇ ਹੋਏ ਸਾਬਤ ਕਰੀਏ, 이런 어떤 신앙이 ਤੁਸੀਂ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਮਸੀਹ ਹੋ, ਤਾਂ ਪਰਮੇਸ਼ਵਰ ਕੀ ਕਹਿਣਗੇ? 네가 참 ਧੰਨ ਹੈ ਤੂੰ ਸੱਚਮੁੱਚ ਧੰਨ ਹੈ। 우리가 하나님을 ਸਾਨੂੰ ਪਰਮੇਸ਼ਵਰ ਬਾਰੇ ਜਾਣਨਾ ਚਾਹੀਦਾ ਹੈ। ਜੇਕਰ ਅਸੀਂ ਪਰਮੇਸ਼ਵਰ ਨੂੰ ਸਹੀ ਤਰ੍ਹਾਂ ਜਾਣ ਲਵਾਂਗੇ ਤਾਂ ਅਸੀਂ ਝੂਠ ਵਿੱਚੋਂ ਸੱਚ ਨੂੰ ਪਛਾਣ ਸਕਦੇ ਹਾਂ। 하나님의 어떤 그 ਜਦੋਂ ਅਸੀਂ ਪਰਮੇਸ਼ਵਰ ਦੀ 께서 ਵਿਸ਼ੇਸ਼ਤਾਵਾਂ 그 본성을 잘 ਅਤੇ ਉਹਨਾਂ ਦੇ ਸੁਭਾਅ ਨੂੰ ਸਮਝੀਏ, ਤਾਂ ਭਾਵੇਂ ਹਜ਼ਾਰਾਂ ਝੂਠੇ ਮਸੀਹ ਅਤੇ ਝੂਠੇ ਨਬੀ ਸਾਡੇ ਸਾਹਮਣੇ ਪ੍ਰਗਟ ਹੋਣ, ਅਸੀਂ ਝੂਠ ਵਿੱਚੋਂ ਸੱਚ ਨੂੰ ਪਛਾਣ ਸਕਾਂਗੇ। 낼 수 있습니다. 우리 모든 ਸਾਡੇ ਵਿਸ਼ਵਾਸ ਦਾ ਨਿਸ਼ਾਨਾ ਅਤੇ ਮੰਜ਼ਲ ਸਾਡੇ ਪਰਮੇਸ਼ਵਰ ਹਨ। ਪਰਮੇਸ਼ਵਰ ਵੱਲ ਅੱਗੇ ਵਧਦੇ ਹੋਏ ਜਦੋਂ ਅਸੀਂ ਆਪਣੇ ਵਿਸ਼ਵਾਸ ਦਾ ਅਭਿਆਸ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਤਰਸ ਦੇ ਵਾਂਗ ਆਸ਼ੀਸ਼ ਦਿੱਤੀ ਜਾਵੇਗੀ, ਜਿਸ ਨੇ ਸਵਰਗ ਦੇ ਰਾਜ ਦੀਆਂ ਚਾਬੀਆਂ ਪ੍ਰਾਪਤ ਕੀਤੀਆਂ ਸੀ, ਹੈ ਨਾ? ਫਿਰ ਕਿਉਂਕਿ ਅਸੀਂ ਪਰਮੇਸ਼ਵਰ ਨੂੰ ਸਹੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਹ ਕਿਹੜਾ ਨਿਸ਼ਾਨ ਹੈ ਜਿਸ ਨੂੰ ਸਾਨੂੰ ਲੱਭਣਾ ਚਾਹੀਦਾ ਹੈ? ਕਿ ਉਹ ਕੁਝ ਪ੍ਰਕਾਰ ਦੇ ਚਮਤਕਾਰ ਹਨ ਜਾਂ ਕੁਝ ਇਸ ਤਰ੍ਹਾਂ ਦੇ ਵਿਅਕਤੀ ਹੈ ਜੋ ਗਰੀਬਾਂ ਲਈ ਬਹੁਤ ਸਾਰੇ ਚੰਗੇ ਕੰਮ ਕਰਦੇ ਹਨ? ਕਿ ਇਸ ਤਰ੍ਹਾਂ ਅਸੀਂ ਪਰਮੇਸ਼ਵਰ ਨੂੰ ਪਛਾਣ ਸਕਦੇ ਹਾਂ? 우리가 ਅਸੀਂ ਕਿਸ ਗੱਲ ਤੋਂ ਕਹਿ ਸਕਦੇ ਹਾਂ 하나님 아니신 것을 ਕਿ ਉਹ ਪਰਮੇਸ਼ਵਰ ਹਨ ਜਾਂ ਨਹੀਂ? 결국 이 ਸਾਰੇ ਜਵਾਬ 우리 하나님 ਪਰਮੇਸ਼ਵਰ ਦੇ ਵਚਨਾਂ ਵਿੱਚ ਮਿਲਦੇ ਹਨ। 요한복음 5장 ਆਓ ਅਸੀਂ ਯਹੋਨਾ 19절의 5 ਵਚਨ 39 ਤੇ ਇੱਕ ਨਜ਼ਰ ਪਾਈਏ। ਤੁਸੀਂ 성경에서 ਲਿਖਤਾਂ ਨੂੰ ਭਾਲਦੇ ਹੋ 있는 줄 생각하고 ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸਦੀਪਕ ਜੀਵਨ ਮਿਲਦਾ ਹੈ ਅਤੇ ਇਹ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਇਹ ਹਨ। 이 성경 ਬਾਈਬਲ ਵਿੱਚ ਵਚਨ ਹੈ 증거하기 ਜੋ ਪਰਮੇਸ਼ਵਰ ਦੀ ਗਵਾਹੀ ਦਿੰਦਾ ਹੈ। 말씀입니다. 66권 66 ਕਿਤਾਬਾਂ ਵਿੱਚ 때로는 왕들의 어떤 ਰਾਜਿਆਂ ਦੇ ਇਤਿਹਾਸ ਦੇ ਰਿਕਾਰਡ ਹਨ। 시편 기록 가운데 ਜ਼ਬੂਰਾਂ ਦੀ ਪੋਥੀ ਵਿੱਚ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਨ ਵਾਲੇ ਜ਼ਬੂਰਾਂ ਨੂੰ ਵੀ ਅਸੀਂ ਪਾ ਸਕਦੇ ਹਾਂ। 1, 2, 3 ਜਦੋਂ ਅਸੀਂ ਉਤਪਤ ਦੀ ਕਿਤਾਬ ਨੂੰ ਦੇਖਦੇ ਹਾਂ 하나의 ਤਾਂ ਇਹ ਦ੍ਰਿਸ਼ਟਾਂਤਾਂ 아니면 또 ਅਤੇ ਕਹਾਣੀਆਂ ਦੀ ਕਿਤਾਬ ਵਾਂਗ ਲੱਗਦੀ ਹੈ। 또 요한계시 ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਅਤੇ ਦਾਨੀਏਲ ਪੜ੍ਹਦੇ ਹਾਂ ਤਾਂ ਉਹ ਭਵਿੱਖ ਵਿੱਚ ਹੋਣ ਵਾਲੇ ਸੰਦੇਸ਼ਾਂ ਦੀ ਕਿਤਾਬ ਵਾਂਗ ਲੱਗਦੀ ਹੈ। 참으로 다양한 ਬਾਈਬਲ ਵਿੱਚ 내용이 담겨 있습니다. ਅਨੇਕ ਪ੍ਰਕਾਰ ਦੇ ਵਿਸ਼ੇ ਹਨ, ਪਰ ਉਹ ਸਾਰੇ ਕਿਸ ਦੀ ਸਾਖੀ ਦਿੰਦੇ ਹਨ? 하나님을 ਸਾਨੂੰ ਇਹ ਸਮਝਾਉਣ
깨닫게 ਅਤੇ 하기 ਮਹਿਸੂਸ ਕਰਾਉਣ ਲਈ ਕਿ ਪਰਮੇਸ਼ਵਰ ਕੌਣ ਹੈ। ਪਰਮੇਸ਼ਵਰ ਨੇ ਸਾਨੂੰ ਇਹ ਬਾਈਬਲ ਦਿੱਤੀ ਹੈ। 우리는 본래 ਮੂਲ ਰੂਪ ਤੋਂ 에서 ਅਸੀਂ ਸਵਰਗ ਦੇ ਰਾਜ ਦੇ ਰਾਜਕੁਮਾਰ ਅਤੇ ਰਾਜਕੁਮਾਰੀਆਂ ਸੀ। 행복하게 살았던 ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਾਲ ਖੁਸ਼ੀ ਨਾਲ ਰਹਿੰਦੇ ਸੀ। 그러나 ਪਰ ਅਸੀਂ 아침의 아들 계명성 ਸਵੇਰ ਦੇ ਤਾਰੇ ਫਜਰ ਦੇ ਪੁੱਤਰ ਮਤਲਬ ਸ਼ੈਤਾਨ ਦੁਆਰਾ ਪਰਮਾਏ ਜਾ ਕੇ ਗੰਭੀਰ ਪਾਪ ਕੀਤਾ ਸੀ। 그 죄로 말미암아 ਆਪਣੇ ਪਾਪਾਂ ਕਰਕੇ 세계로 ਅਸੀਂ ਇਸ ਧਰਤੀ ਤੇ ਆ ਗਏ ਹਾਂ। 그러나 이 지상세에 ਧਰਤੀ ਤੇ ਸਾਡੇ 잠시 하나님께서 허락해 ਛੋਟੇ ਜੀਵਨ ਦੇ ਦਿਨਾਂ ਦੇ ਦੌਰਾਨ 후한을 살면서 과거의 천상 ਚੰਗਾ ਹੈ ਪਰਮੇਸ਼ਵਰ ਨੇ ਸਾਨੂੰ ਆਪਣੇ ਸਵਰਗ ਵਿੱਚ ਕੀਤੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਦਾ ਮੌਕਾ ਦਿੱਤਾ। 그 회개의 염사를 ਪ੍ਰਾਇਸ਼ਚਿਤ ਕਰਨ ਵਾਲਿਆਂ ਲਈ 이와 같은 사람 ਸਵਰਗ ਦਾ ਰਾਜ 다시 ਬਹਾਲ ਕਰਨ ਲਈ 할수 있도록 ਪਰਮੇਸ਼ਵਰ ਨੇ ਸਾਨੂੰ 위해서 ਥੋੜੇ ਸਮੇਂ ਲਈ ਇਸ ਸੰਸਾਰ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਹੈ। 이 내용을 ਕਿਉਂਕਿ 알지 못 ਸਾਡੇ ਵਿੱਚ ਇਸ ਮਾਮਲੇ ਨੂੰ ਸਮਝਣ ਦੀ ਕਮੀ ਸੀ, ਇਸ ਲਈ ਪਰਮੇਸ਼ਵਰ ਖੁਦ ਇਸ ਧਰਤੀ ਤੇ ਆਏ, ਪਰ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਪਛਾਣਿਆ। ਕੁਝ ਨੇ ਕਿਹਾ ਕਿ ਉਹ ਅਧਿਆਪਕਾਂ ਵਿੱਚੋਂ ਇੱਕ ਸੀ, ਕੁਝ ਨੇ ਕਿਹਾ ਕਿ ਉਹ ਇਰਮੀਆ ਜਾਂ ਏਲੀਆਂ ਦੇ ਵਾਂਗ ਇੱਕ ਨਬੀ ਸੀ। 같은 사람 ਜਦੋਂ ਲੋਕਾਂ ਦੇ ਕੋਲ ਇਸ ਤਰ੍ਹਾਂ ਦੀ ਸਮਝ ਸੀ, ਪਤਰਸ ਨੇ ਉੱਤਰ ਦਿੱਤਾ, 당신은 ਤੁਸੀਂ 하나님이다라는 ਮਸੀਹ ਹੋ, ਤੁਸੀਂ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ। ਇਸ ਦੇ ਦੁਆਰਾ ਉਸਨੇ ਕਿਹਾ, ਤੁਸੀਂ ਪਰਮੇਸ਼ਵਰ ਹੋ। 이런 어떤 ਪਤਰਸ ਯੀਸ਼ੂ ਨੂੰ ਸਭ ਤੋਂ ਸਟੀਕ ਉੱਤਰ ਦੇਣ ਵਿੱਚ ਕਾਬਿਲ ਸੀ। ਇਹਨਾਂ ਦਿਨਾਂ ਵਿੱਚ 하는 거짓 그리스도 또 ਇਹਨਾਂ ਦਿਨਾਂ ਇਸ ਯੁੱਗ ਵਿੱਚ ਦੁਨੀਆ ਕਈ ਝੂਠੇ ਮਸੀਹ, ਝੂਠੀਆਂ ਸਿੱਖਿਆਵਾਂ, ਝੂਠੇ ਸੰਗਠਨਾਂ ਅਤੇ ਧਾਰਮਿਕ ਨੇਤਾਵਾਂ ਨਾਲ ਭਰੀ ਹੋਈ ਹੈ, ਜੋ ਪਰਮੇਸ਼ਵਰ ਦੇ ਬਹਾਨੇ ਲੋਕਾਂ ਨੂੰ ਲੁੱਟ ਰਹੇ ਹਨ। 거짓 종교인들이 세상에 난립되어 있습니다. 그렇다면 ਫਿਰ 그리스도를 ਅਸੀਂ ਮਸੀਹ ਨੂੰ ਕਿਵੇਂ ਪਹਿਚਾਨ ਸਕਦੇ ਹਾਂ? 분명히 증거해야 돼요. ਉਹ ਰਾਹ ਬਾਈਬਲ ਦੀ ਸਾਖੀ ਹੈ। 성경 속에 ਮਤੀ ਅਧਿਆਇ 7 ਵਚਨ 21 ਦੇ ਅਨੁਸਾਰ 어떤 ਭਾਵੇਂ ਲੋਕ ਚਮਤਕਾਰ ਕਰਦੇ ਹਨ, ਪਰ ਜੇਕਰ ਬਾਈਬਲ ਵਿੱਚ ਉਹਨਾਂ ਦੀ ਸਾਖੀ ਨਹੀਂ ਹੈ 말씀 가운데 뭐라고 ਤਾਂ ਉਹ ਕੌਣ ਹਨ? 그날에 ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕਿ ਅਸਾਂ ਤੇਰਾ ਨਾਮ ਲੈ ਕੇ ਅਗਮਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ 이적과 기사 ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। 그렇게 ਭਾਵੇਂ ਉਹਨਾਂ ਨੇ ਉਹ ਸਭ ਕੀਤਾ, ਪਰ ਯੀਸ਼ੂ ਮਸੀਹ ਉਹਨਾਂ ਨੂੰ ਕੀ ਆਖਣਗੇ? 혹시 알지 ਉਹ ਸਵਰਗ ਦੇ ਦੁਆਰਾਂ ਤੇ ਉਹਨਾਂ ਦਾ ਇਨਕਾਰ ਕਰਦੇ ਹੋਏ ਕਹਿਣਗੇ, ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਉਹ ਸਪਸ਼ਟ ਰੂਪ ਨਾਲ ਮਤੀ ਅਧਿਆਇ 7 ਵਿੱਚ ਦਰਜ ਹੈ। ਭਰਾਵੋ ਅਤੇ ਭੈਣੋ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸਭ ਕੁਝ ਪਰਮੇਸ਼ਵਰ ਬਾਰੇ ਇੱਕ ਰਿਕਾਰਡ ਹੈ। 하나님을 ਪਰਮੇਸ਼ਵਰ ਨੇ ਕਈ ਪੰਨਿਆਂ ਨੂੰ ਲਿਖਿਆ ਤਾਂ ਜੋ ਅਸੀਂ ਪਰਮੇਸ਼ਵਰ ਦੇ ਬਾਰੇ ਪੂਰੀ ਤਰ੍ਹਾਂ ਸਮਝ ਸਕੀਏ। ਸਾਨੂੰ ਪਰਮੇਸ਼ਵਰ ਦੇ ਬਾਰੇ ਜਾਣਨਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ ਕਿ ਨਹੀਂ? ਭਾਵੇਂ ਹੁਣ ਦੁਨੀਆ ਵਿੱਚ ਬਹੁਤ ਸਾਰੇ ਚਰਚ ਹਨ, ਪਰ ਅਸੀਂ ਪਰਮੇਸ਼ਵਰ ਦੀ ਮੌਜੂਦਗੀ ਤੋਂ ਸ਼ੁਰੂ ਕਰਕੇ ਝੂਠ ਵਿੱਚੋਂ ਸੱਚ ਨੂੰ ਪਹਿਚਾਨ ਸਕਦੇ ਹਾਂ। 오늘날 ਇਹ ਕਹਿਣਾ ਬਹੁਤ ਜ਼ਿਆਦਾ ਨਹੀਂ ਹੋਵੇਗਾ ਕਿ ਇਸ ਦੁਨੀਆ ਵਿੱਚ ਵਿਆਪਕ ਰੂਪ ਨਾਲ ਲੋਕਾਂ ਦੇ ਦੋ ਸਮੂਹ ਹਨ। ਉਹ ਜੋ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਸਿਰਫ ਪਿਤਾ ਪਰਮੇਸ਼ਵਰ ਦੀ ਮੌਜੂਦਗੀ ਹੈ, ਅਤੇ ਹੋਰ ਉਹ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। 솔로몬이 ਜਿਸ ਤਰ੍ਹਾਂ ਸੁਲੇਮਾਨ ਇਹ ਸਮਝਣ ਵਿੱਚ ਕਾਬਿਲ ਸੀ ਕਿ ਸੱਚੀ ਮਾਤਾ ਕੌਣ ਹੈ। 오늘날 이 ਸਾਨੂੰ ਸੱਚੇ ਚਰਚ ਅਤੇ ਝੂਠੇ ਚਰਚਾਂ ਵਿਚਕਾਰ, ਸੱਚੀਆਂ ਸਿੱਖਿਆਵਾਂ ਅਤੇ ਝੂਠੀਆਂ ਸਿੱਖਿਆਵਾਂ ਵਿਚਕਾਰ, ਅਤੇ ਸੱਚੇ ਪਰਮੇਸ਼ਵਰ ਅਤੇ ਝੂਠੇ ਦੇਵਤਿਆਂ ਵਿਚਕਾਰ, 이걸 전부 ਜਿਨ੍ਹਾਂ ਨੂੰ ਮਨੁੱਖਾਂ ਦੁਆਰਾ ਬਣਾਇਆ ਗਿਆ, ਫਰਕ ਕਰਨਾ ਚਾਹੀਦਾ ਹੈ। ਆਓ ਅਸੀਂ ਉਤਪਤ ਅਧਿਆਇ 1 ਵਚਨ 1 ਤੇ ਨਜ਼ਰ ਪਾਈਏ। 태초에 ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ। 우리가 태초에 ਅਸੀਂ ਸਿਰਜਣਹਾਰ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ, ਜਿਨ੍ਹਾਂ ਨੇ ਆਦਿ ਵਿੱਚ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ ਨਾ। 근데 ਇਬਰਾਨੀ ਵਿੱਚ ਲਿਖੀ ਗਈ ਮੂਲ ਬਾਈਬਲ ਵਿੱਚ 하나님이 ਇਸ ਤੇ ਧਿਆਨ ਦੇਣਾ 한 분 하나님으로 ਬਹੁਤ ਜ਼ਰੂਰੀ ਹੈ। ਉਤਪਤ ਅਧਿਆਇ 1 ਵਿੱਚ ਪਰਮੇਸ਼ਵਰ ਇੱਕ ਵਚਨ ਦੇ ਰੂਪ ਵਿੱਚ ਦਰਜ ਨਹੀਂ ਹਨ। 오늘날 ਇਹਨਾਂ ਦਿਨਾਂ ਵਿੱਚ ਸਾਰੇ ਚਰਚ ਕੀ ਮੰਨਦੇ ਹਨ? ਉਹਨਾਂ ਦਾ ਮੰਨਣਾ ਹੈ ਕਿ ਸਿਰਫ ਇੱਕ ਪਰਮੇਸ਼ਵਰ ਹਨ, ਜੋ ਕਿ ਪਿਤਾ ਪਰਮੇਸ਼ਵਰ ਹੈ। 하나님이 한 분 ਜੇਕਰ ਸਿਰਫ ਇੱਕ ਹੀ ਪਰਮੇਸ਼ਵਰ ਹੈ ਤਾਂ ਕਿ ਅਸਲ ਵਿੱਚ ਉਹਨਾਂ ਲਈ ਪਿਤਾ ਸਿਰਲੇਖ ਵੀ ਵਰਤੋਂ ਕਰਨਾ ਜ਼ਰੂਰੀ ਹੈ। ਪਰਮੇਸ਼ਵਰ ਸਿਰਲੇਖ ਸਾਰਿਆਂ ਨੂੰ ਸਮਝਣ ਲਈ ਕਾਫੀ ਚੰਗਾ ਹੈ। ਹਾਲਾਂਕਿ ਇੱਕ ਹੋਰ ਖਾਸ ਕਰਕੇ ਪਿਤਾ ਪਰਮੇਸ਼ਵਰ ਨਾਲ ਆਉਂਦਾ ਹੈ, ਕਿਉਂਕਿ ਇੱਕ ਹੋਰ ਵਿਸ਼ੇਸ਼ ਜੀਵ ਹੈ ਜੋ ਸਪਸ਼ਟ ਰੂਪ ਨਾਲ ਅਲੱਗ ਕੀਤਾ ਜਾਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਕੁਝ ਚੀਜ਼ਾਂ ਹਨ
ਜਿਨ੍ਹਾਂ ਵਿੱਚ ਉਦੋਂ ਤੱਕ ਫਰਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਪਿਤਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਕਰਕੇ ਉਹਨਾਂ ਨੇ ਪਰਮੇਸ਼ਵਰ ਨਾਲ ਖਾਸ ਕਰਕੇ ਪਿਤਾ ਨੂੰ ਜੋੜ ਦਿੱਤਾ। ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਜੇਕਰ ਉਹ ਸਿਰਫ ਇੱਕ ਹੀ ਹਨ ਤਾਂ ਉਹਨਾਂ ਨੂੰ ਸਿਰਫ ਪਰਮੇਸ਼ਵਰ ਕਹਿ ਸਕਦੇ ਸੀ। ਮਨੁੱਖਾਂ ਨਾਲ ਵੀ ਇਸ ਤਰ੍ਹਾਂ ਹੀ ਹੈ। ਅਸੀਂ ਸਿਰਫ ਮਨੁੱਖ ਕਹਿ ਸਕਦੇ ਹਾਂ, ਪਰ ਅਸੀਂ ਆਦਮੀ ਸ਼ਬਦਾਂ ਦੀ ਵਰਤੋਂ ਕਿਉਂ ਕਰਦੇ ਹਾਂ? ਇਹ ਇਸ ਲਈ ਹੈ ਕਿਉਂਕਿ ਹੋਰ ਜੀਵ ਹਨ ਜਿਨ੍ਹਾਂ ਨੂੰ ਆਦਮੀਆਂ ਤੋਂ ਅਲੱਗ ਕੀਤਾ ਜਾਣਾ ਚਾਹੀਦਾ ਹੈ ਨਾ। ਇਸ ਕਰਕੇ ਅਸੀਂ ਆਦਮੀ ਅਤੇ ਔਰਤਾਂ ਵਾਂਗ ਭਾਵ ਦੀ ਵਰਤੋਂ ਕਰਦੇ ਹਾਂ। ਜੇਕਰ ਇੱਕ ਪਰਮੇਸ਼ਵਰ ਹੈ ਤਾਂ ਪਰਮੇਸ਼ਵਰ ਦੇ ਸ਼ਬਦ ਦੇ ਅੱਗੇ ਖਾਸ ਕਰਕੇ ਪਿਤਾ ਨੂੰ ਜੋੜਨਾ ਜ਼ਰੂਰੀ ਨਹੀਂ ਹੈ। ਜਿਵੇਂ ਕਿ ਉਤਪਤ ਅਧਿਆਇ 1 ਵਚਨ 1 ਵਿੱਚ ਲਿਖਿਆ ਹੈ, ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਦੀ ਸ੍ਰਿਸ਼ਟੀ ਕੀਤੀ। ਇਬਰਾਨੀ ਬਾਈਬਲ ਵਿੱਚ ਪਰਮੇਸ਼ਵਰ ਲਈ ਸ਼ਬਦ ਐਲੋਹਿਮ ਸੀ, ਜੋ ਕਿ ਬਹੁਵਚਨ ਨਾਮ ਹੈ, ਜਿਸ ਦਾ ਅਰਥ ਹੈ ਕਿ ਇੱਕ ਤੋਂ ਜ਼ਿਆਦਾ ਪਰਮੇਸ਼ਵਰ। ਇਹ ਬਹੁਤ ਮਹੱਤਵਪੂਰਨ ਹੈ ਨਾ। ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਦੀ ਸ੍ਰਿਸ਼ਟੀ ਕੀਤੀ। ਅਸੀਂ ਮਨੁੱਖਾਂ ਦੁਆਰਾ ਬਣਾਏ ਗਏ ਪਰਮੇਸ਼ਵਰ ਨੂੰ ਨਹੀਂ ਮੰਨਦੇ। ਅਸੀਂ ਉਸ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਦੇ ਬਾਰੇ ਬਾਈਬਲ ਅਤੇ ਪਰਮੇਸ਼ਵਰ ਦੇ ਵਚਨਾਂ ਨੇ ਸਾਖੀ ਦਿੱਤੀ ਹੈ। ਫਿਰ ਸਾਡੇ ਪਰਮੇਸ਼ਵਰ ਦੇ ਬਾਰੇ ਜਿਨ੍ਹਾਂ ਨੇ ਆਦਿ ਵਿੱਚ ਸਭ ਕੁਝ ਬਣਾਇਆ, ਸਾਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਪਰਮੇਸ਼ਵਰ ਕੋਲ ਕਿਸ ਪ੍ਰਕਾਰ ਦਾ ਰੂਪ ਸੀ, ਹੈ ਨਾ। ਸਾਨੂੰ ਪਰਮੇਸ਼ਵਰ ਦੀ ਮੌਜੂਦਗੀ ਦੇ ਬਾਰੇ ਜਾਣਕਾਰੀ ਦੇਣ ਲਈ ਪਰਮੇਸ਼ਵਰ ਨੇ ਧਰਤੀ ਤੇ ਅਨੇਕ ਪ੍ਰਣਾਲੀਆਂ ਬਣਾਈਆਂ। ਆਓ ਅਸੀਂ ਇਬਰਾਨੀਆਂ ਅਧਿਆਇ 8 ਵਚਨ 5 ਤੇ ਜਾਈਏ। ਜਿਹੜੇ ਸੁਰਗੀ ਵਸਤਾਂ ਦੇ ਕੀ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ। ਬਾਈਬਲ ਸਾਨੂੰ ਸਪਸ਼ਟ ਰੂਪ ਨਾਲ ਸਿਖਾਉਂਦੀ ਹੈ ਕਿ ਅਸਲੀਅਤ ਸਵਰਗ ਵਿੱਚ ਹੈ ਅਤੇ ਧਰਤੀ ਤੇ ਜੋ ਕੁਝ ਵੀ ਹੈ ਉਹ ਇੱਕ ਨਕਲ ਅਤੇ ਪਰਛਾਵਾਂ ਹੈ। ਪਰਮੇਸ਼ਵਰ ਨੇ ਸਾਨੂੰ ਬਹੁਤ ਆਸਾਨੀ ਨਾਲ ਸਮਝਾਉਣ ਲਈ ਇਸ ਤਰ੍ਹਾਂ ਬਣਾਇਆ। ਧਰਤੀ ਤੇ ਪਰਿਵਾਰ ਪ੍ਰਣਾਲੀ ਵਿੱਚ ਸਾਡੇ ਸਰੀਰਕ ਪਿਤਾ ਹਨ, ਫਿਰ ਸਵਰਗ ਵਿੱਚ ਵੀ ਇੱਕ ਪਿਤਾ ਹੋਣਾ ਚਾਹੀਦਾ ਹੈ। ਇਸ ਮਾਮਲੇ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ? ਮੱਤੀ ਅਧਿਆਇ 6 ਵਚਨ 8 ਵਿੱਚ ਲਿਖਿਆ ਹੈ, ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਇੱਥੇ ਜੇਕਰ ਪਿਤਾ ਸਾਡੀ ਆਤਮਾਵਾਂ ਦੇ ਪਿਤਾ ਹਨ ਜਿਨ੍ਹਾਂ ਨੇ ਸਾਡੀ ਆਤਮਾਵਾਂ ਨੂੰ ਜਨਮ ਦਿੱਤਾ ਹੈ, ਇਹ ਕਹਿੰਦਾ ਹੈ ਪਰਮੇਸ਼ਵਰ ਤੁਹਾਡਾ ਪਿਤਾ ਜਾਣਦਾ ਹੈ। ਜਿਵੇਂ ਸੰਸਾਰਿਕ ਪਰਿਵਾਰ ਵਿੱਚ ਪਿਤਾ ਦੀ ਮੌਜੂਦਗੀ ਹੈ, ਉਸੇ ਤਰ੍ਹਾਂ ਹੀ ਸਵਰਗੀ ਪਰਿਵਾਰ ਵਿੱਚ ਇੱਕ ਪਿਤਾ ਹੈ। ਅਸੀਂ ਦੇਖ ਸਕਦੇ ਹਾਂ ਕਿ ਅਸਲੀਅਤ ਅਤੇ ਨਕਲ ਦਾ ਇੱਕ ਸੰਬੰਧ ਹੈ। ਜਦੋਂ ਅਸੀਂ ਇਹਨਾਂ ਸਾਰੇ ਮਾਮਲਿਆਂ ਤੇ ਧਿਆਨ ਦੇ ਕੇ ਗੌਰ ਕਰੀਏ ਤਾਂ ਅਸੀਂ ਇਸ ਯੁੱਗ ਵਿੱਚ ਝੂਠ ਵਿੱਚੋਂ ਸੱਚ ਨੂੰ ਸਪਸ਼ਟ ਰੂਪ ਨਾਲ ਪਹਿਚਾਨ ਸਕਦੇ ਹਾਂ। ਪਰ ਜੇਕਰ ਕੋਈ ਇਹਨਾਂ ਮਾਮਲਿਆਂ ਨੂੰ ਸਮਝੇ ਬਿਨਾਂ ਪਰਮੇਸ਼ਵਰ ਤੇ ਅੰਨ੍ਹੇਵਾਹ ਵਿਸ਼ਵਾਸ ਕਰਕੇ ਚਰਚ ਵਿੱਚ ਆਉਂਦਾ ਹੈ ਤਾਂ ਉਹ ਸੋਚ ਸਕਦਾ ਹੈ ਕਿ ਜਿਹੜੇ ਮਰਜ਼ੀ ਚਰਚ ਵਿੱਚ ਉਹ ਜਾਵੇ ਉੱਥੇ ਪਰਮੇਸ਼ਵਰ ਹੈ। ਸਾਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦਾ ਵਿਚਾਰ ਹੀ ਸੱਚੇ ਪਰਮੇਸ਼ਵਰ ਨਾਲ ਮਿਲਣ ਦੇ ਰਾਹ ਨੂੰ ਬੰਦ ਕਰ ਰਿਹਾ ਹੈ। ਅਤੀਤ ਵਿੱਚ ਇੱਕ ਮੈਂਬਰ ਨੇ ਕਿਹਾ, ਪ੍ਰਧਾਨ ਪਾਦਰੀ, ਮੈਨੂੰ ਦਾਦਾ ਬਣਨ ਲਈ ਮਜਬੂਰ ਕੀਤਾ ਗਿਆ ਸੀ। ਮੈਂ ਪੁੱਛਿਆ, ਤੁਹਾਡੇ ਕਹਿਣ ਦਾ ਮਤਲਬ ਕੀ ਹੈ? ਉਹਨਾਂ ਨੇ ਕਿਹਾ, ਜਦੋਂ ਇੱਕ ਪੋਤੇ ਦਾ ਜਨਮ ਹੋਇਆ ਤਾਂ ਮੈਂ ਆਪਣੇ ਆਪ ਦਾਦਾ ਬਣ ਗਿਆ। ਇੱਕ ਪਰਿਵਾਰ ਵਿੱਚ ਇੱਕ ਪਿਤਾ ਹੁੰਦਾ ਹੈ, ਪਰ ਸਪਸ਼ਟ ਰੂਪ ਨਾਲ ਉੱਥੇ ਬੱਚੇ ਹੋਣੇ ਚਾਹੀਦੇ ਹਨ ਜੋ ਉਸ ਨੂੰ ਪਿਤਾ ਕਹਿੰਦੇ ਹੋਣ, ਹੈ ਨਾ। ਸਿਰਫ ਜਦੋਂ ਇੱਕ ਪੁਰਖ ਕੋਲ ਸੰਤਾਨ ਹੁੰਦੀ ਹੈ ਤਾਂ ਉਹ ਪਿਤਾ ਬਣ ਸਕਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੇ ਸਾਲ ਦਾ ਹੈ। ਬਿਨਾਂ ਸੰਤਾਨ ਦੇ ਆਦਮੀ ਕਦੀ ਪਿਤਾ ਨਹੀਂ ਬਣ ਸਕਦਾ। ਆਤਮਿਕ ਦੁਨੀਆ ਵਿੱਚ ਵੀ ਪਿਤਾ ਪਰਮੇਸ਼ਵਰ ਹਨ ਅਤੇ ਉੱਥੇ ਉਹਨਾਂ ਦੀ ਸੰਤਾਨ ਹੈ ਜੋ ਉਹਨਾਂ ਨੂੰ ਪਿਤਾ ਕਹਿੰਦੀ ਹੈ। ਆਓ ਅਸੀਂ 2 ਕੁਰਿੰਥੀਓ ਅਧਿਆਇ 6 ਵਚਨ 17 ਦੇਖੀਏ। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤੂ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਅਰ ਤੁਹਾਡਾ ਕੀ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਕੀ ਪੁੱਤਰ ਧੀਆਂ ਹੋਵੋਗੇ। ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਇੱਥੇ ਲਿਖਿਆ ਹੈ, ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਜਿਵੇਂ ਕਿ ਸੰਸਾਰਿਕ ਪਰਿਵਾਰ ਵਿੱਚ ਇੱਕ ਪਿਤਾ, ਪੁੱਤਰ ਅਤੇ ਧੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਹੀ ਆਤਮਿਕ ਦੁਨੀਆ ਵਿੱਚ ਪਿਤਾ ਪਰਮੇਸ਼ਵਰ ਹੈ।
ਪਿਤਾ ਪਰਮੇਸ਼ਵਰ ਨੇ ਸਪਸ਼ਟ ਰੂਪ ਨਾਲ ਸਾਖੀ ਦਿੰਦੇ ਹੋਏ ਕਿਹਾ, 아들들과 ਤੁਸੀਂ ਮੇਰੇ ਪੁੱਤਰ 분명히 말씀. ਅਤੇ ਧੀਆਂ ਹੋਵੋਗੇ। 자, 여기까지 ਕੀ ਉਹ ਸਪਸ਼ਟ ਨਹੀਂ ਹੈ 가족 관계가 ਕਿ ਸੰਸਾਰਿਕ ਪਰਿਵਾਰ 모형과 ਸਵਰਗੀ ਪਰਿਵਾਰ ਦੀ 이 관계가 ਨਕਲ ਅਤੇ ਪਰਛਾਵਾਂ ਹੈ? 땅의 아버지, ਧਰਤੀ ਤੇ ਪਿਤਾ, ਸਵਰਗ ਵਿੱਚ ਪਿਤਾ, ਧਰਤੀ ਦੇ ਪੁੱਤਰ ਅਤੇ ਧੀਆਂ ਅਤੇ ਸਵਰਗ ਦੇ ਪੁੱਤਰ ਅਤੇ ਧੀਆਂ, 완벽하게 지금 ਇਹ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਫਿਰ ਇਸ ਦੁਨੀਆ ਵਿੱਚ ਵੀ ਇੱਕ ਪਰਿਵਾਰ ਵਿੱਚ ਇੱਕ ਵਿਅਕਤੀ ਜੋ ਬਹੁਤ ਜ਼ਰੂਰੀ ਹੈ, ਉਹ ਮਾਤਾ ਹੈ, ਜੋ ਇੱਕ ਘਰ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਭੂਮਿਕਾ ਅਦਾ ਕਰਦੀ ਹੈ। ਕੋਰੀਆ ਵਿੱਚ ਇੱਕ ਪੁਰਾਣੀ ਕਹਾਵਤ ਹੈ, ਇੱਕ ਪਰਿਵਾਰ ਦੀ ਖੁਸ਼ਹਾਲੀ ਪਰਿਵਾਰ ਵਿੱਚ ਲਿਆਂਦੇ ਗਏ ਨੂੰਹ ਦੇ ਗੁਣ ਤੇ ਨਿਰਭਰ ਕਰਦੀ ਹੈ। ਫਿਰ 그 집안의 흥망 ਇੱਕ ਪਰਿਵਾਰ ਦੀ ਸਫਲਤਾ ਦੀ ਚਾਬੀ ਕਿਸ ਦੇ ਕੋਲ ਹੁੰਦੀ ਹੈ? 며느리가 ਇੱਥੇ ਨੂੰਹ ਨੂੰ ਘਰ ਵਿੱਚ ਆਉਣਾ ਚਾਹੀਦਾ ਹੈ, 자녀를 낳고 ਬੱਚਿਆਂ ਨੂੰ ਜਨਮ ਦੇਣਾ ਹੈ 형성하게 되는 ਅਤੇ ਪਰਿਵਾਰ ਬਣਾਉਣਾ ਚਾਹੀਦਾ ਹੈ। 그 ਇਸ ਲਈ ਇਹ ਕਿਹਾ ਜਾਂਦਾ ਹੈ ਕਿ ਮਾਤਾ ਦੇ ਮਜ਼ਬੂਤ ਰਹਿਣ ਤੋਂ ਇੱਕ ਘਰਾਨਾ ਸਫਲ ਹੋ ਸਕਦਾ ਹੈ। 어머니가 그 ਇੱਕ ਮਾਤਾ ਇੱਕ ਘਰ ਵਿੱਚ ਸ਼ਾਂਤੀ ਦੂਤ ਦੀ ਕੇਂਦਰੀ ਭੂਮਿਕਾ ਅਦਾ ਕਰਦੀ ਹੈ। ਉਹ ਪਿਤਾ ਅਤੇ ਬੱਚਿਆਂ ਨੂੰ ਇੱਕ ਦੂਸਰੇ ਨਾਲ ਚੰਗੇ ਸੰਬੰਧ ਬਣਾਏ ਰੱਖਣ ਵਿੱਚ ਮਦਦ ਕਰਦੀ ਹੈ। ਉਹ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਅਤੇ ਮਹਾਨ ਵਿਅਕਤੀ ਬਣਨ ਲਈ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ। 이바지할 수 ਜੋ ਮਨੁੱਖ 있는 사람으로 ਜਾਤੀ ਵਿੱਚ ਯੋਗਦਾਨ ਦੇ ਸਕਦੇ ਹਨ, ਇਹ ਮਾਵਾਂ ਦੀ ਭੂਮਿਕਾ ਹੈ। 자, 그렇다면 ਫਿਰ 이 지상 ਇੱਕ ਸੰਸਾਰਿਕ ਪਰਿਵਾਰ ਵਿੱਚ ਕੀ ਮਾਤਾ ਇੱਕ ਜ਼ਰੂਰੀ ਪਰਿਵਾਰ ਮੈਂਬਰ ਨਹੀਂ ਹੈ? 그림자의 어머니 ਜੇਕਰ ਪਰਛਾਵੇਂ ਦੀ ਦੁਨੀਆ ਵਿੱਚ ਇੱਕ ਮਾਤਾ ਦੀ ਮੌਜੂਦਗੀ ਹੈ ਤਾਂ ਅਸੀਂ ਅਸਲੀਅਤ ਦੀ ਦੁਨੀਆ ਦੇ ਬਾਰੇ ਕੀ ਸਮਝ ਸਕਦੇ ਹਾਂ? ਸਵਰਗ ਵਿੱਚ ਵੀ ਮਾਤਾ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਪਰ ਚਰਚ ਕੀ ਕਹਿੰਦੇ ਹਨ? 어머니 믿는 ਚਰਚ ਜੋ ਮਾਤਾ ਤੇ ਵਿਸ਼ਵਾਸ ਕਰਦੇ ਹਨ ਉਹ ਅਜੀਬ ਹਨ। 이 성경 ਉਹਨਾਂ ਦੀ ਸਲਾਹ ਪੂਰੀ ਤਰ੍ਹਾਂ ਬਾਈਬਲ ਦੇ ਵਿਰੁੱਧ ਹੈ। ਤਾਂ ਯੀਸ਼ੂ ਨੇ ਕੀ ਕਿਹਾ? ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਾਈ ਇਹਨਾਂ ਵਿੱਚ ਸਾਨੂੰ ਸਦੀਪਕ ਜੀਵਨ ਮਿਲਦਾ ਹੈ। ਯੀਸ਼ੂ ਨੇ ਕਿਹਾ ਕਿ ਸਾਨੂੰ ਲੋਕਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ ਬਲਕਿ ਬਾਈਬਲ ਵਿੱਚ ਦੇਖਣਾ ਚਾਹੀਦਾ ਹੈ ਕਿਉਂਕਿ ਬਾਈਬਲ ਪਰਮੇਸ਼ਵਰ ਦੀ ਸਾਖੀ ਦੇਣ ਲਈ ਮੌਜੂਦ ਹੈ। ਤਾਂ ਉਹਨਾਂ ਨੇ ਕੀ ਕਿਹਾ? ਜੇਕਰ ਅਸੀਂ ਪਰਮੇਸ਼ਵਰ ਤੇ ਸਹੀ ਤਰ੍ਹਾਂ ਵਿਸ਼ਵਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਬਾਈਬਲ ਨੇ ਪਰਮੇਸ਼ਵਰ ਦੇ ਬਾਰੇ ਕੀ ਕਿਹਾ ਹੈ। ਜਿਵੇਂ ਧਰਤੀ ਤੇ ਪਿਤਾ ਹੈ ਉਸੇ ਤਰ੍ਹਾਂ ਸਵਰਗ ਵਿੱਚ ਪਿਤਾ ਹੈ। ਜਿਵੇਂ ਧਰਤੀ ਤੇ ਸੰਤਾਨ ਹੈ ਉਸੇ ਤਰ੍ਹਾਂ ਸਵਰਗ ਦੀ ਸੰਤਾਨ ਹੈ। ਅਤੇ ਬਾਈਬਲ ਸਾਖੀ ਦਿੰਦੀ ਹੈ ਜਿਸ ਤਰ੍ਹਾਂ ਧਰਤੀ ਤੇ ਮਾਤਾ ਹੈ ਠੀਕ ਉਸੇ ਤਰ੍ਹਾਂ ਸਾਡੀ ਆਤਮਾਵਾਂ ਦੀ ਮਾਤਾ ਦੀ ਵੀ ਮੌਜੂਦਗੀ ਹੈ। 근데 이 정 ਜੇਕਰ ਕੋਈ ਸਾਖੀ ਦੀ ਅਣਗਹਿਲੀ ਕਰਦਾ ਹੈ ਤਾਂ ਉਹ ਸੱਚਾਈ ਨੂੰ ਬਰਖਾਸਤ ਕਰ ਰਿਹਾ ਹੈ। 갈라디아서 ਆਓ ਅਸੀਂ ਗਲਾਤੀਆ ਅਧਿਆਇ 4 ਵਚਨ 26 ਤੇ ਜਾਈਏ। 오직 ਪਰ ਉੱਪਰ ਵਿਚਲਾ ਯਰੂਸ਼ਲਮ ਆਜ਼ਾਦ ਹੈ। 위에 있다는 ਇੱਥੇ ਉੱਪਰ ਦਾ ਅਰਥ ਸਵਰਗ ਹੈ। 하늘에 있는 예루살렘 ਸਵਰਗ ਦੀ ਯਰੂਸ਼ਲਮ ਆਜ਼ਾਦ ਹੈ 곧 누구시라? ਅਤੇ ਉਹ ਕੌਣ ਹੈ? 우리 어머니. ਉਹ ਸਾਡੀ ਮਾਤਾ ਹੈ। 그럼 우리에게는 ਫਿਰ ਯਰੂਸ਼ਲਮ ਜੋ ਆਜ਼ਾਦ ਹੈ 자유자는 ਉਹ ਸਾਡੇ ਲਈ ਕਿਹੜੀ ਮਾਤਾ ਹੈ? 영의 ਉਹ ਸਾਡੀਆਂ ਆਤਮਾਵਾਂ ਦੀ ਮਾਤਾ ਹੈ ਨਾ? ਆਓ ਅਸੀਂ ਵਚਨ 27 ਨਾਲ ਜਾਰੀ ਰਹੀਏ। ਕਿਉਂ ਜੋ ਲਿਖਿਆ ਹੋਇਆ ਹੈ, ਇਹ ਬਣ ਜੈਕਾਰਾ ਗਜਾ ਤੂੰ ਜੋ ਨਹੀਂ ਜਣੀ, ਖੁੱਲ ਕੇ ਗਾ ਅਤੇ ਚਿੱਲਾ ਤੂੰ ਜਿਹਨੂੰ ਪੀੜਾ ਨਹੀਂ ਲੱਗੀਆਂ। ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। 형제들아 ਹੇ ਭਰਾਵੋ, ਅਸੀਂ ਇਸਹਾਕ ਵਾਂਗੂ ਵਚਨ ਦੀ ਸੰਤਾਨ ਹਾਂ। 그러나 그 ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ ਹੁੰਦਾ ਹੈ। ਹਰ ਇੱਕ ਯੁੱਗ ਵਿੱਚ ਜੋ ਲੋਕ ਸਤਾਉਂਦੇ ਹਨ ਉਹ ਸਰੀਰ ਦੇ ਅਨੁਸਾਰ ਜਨਮ ਲੈਂਦੇ ਹਨ ਅਤੇ ਜੋ ਆਤਮਾ ਦੇ ਅਨੁਸਾਰ ਜਨਮ ਲੈਂਦੇ ਹਨ ਉਹਨਾਂ ਨੂੰ ਸਤਾਇਆ ਜਾਂਦਾ ਹੈ। 10절입니다. ਆਇਤ 30 그러나 성경이 ਪਰ ਧਰਮ ਪੁਸਤਕ ਕੀ ਆਖਦਾ ਹੈ? 계집종과 그 아들을 내어 ਗੋਲੀ ਅਤੇ ਉਹਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਨਾਲ ਅਧਿਕਾਰੀ ਨਹੀਂ ਹੋਵੇਗਾ। 그런즉 ਇਸ 형제들아 ਲਈ 우리는 ਹੇ ਭਰਾਵੋ, ਅਸੀਂ ਗੋਲੀ ਦੀ ਨਹੀਂ 어떤 자녀라고요? ਸਗੋਂ ਕਿਸ ਦੀ? 자유하는 여자의 ਆਜ਼ਾਦ ਦੀ ਸੰਤਾਨ ਹਾਂ। 그럼 자유하는 ਆਇਤ 26 ਦੇ ਅਨੁਸਾਰ ਆਜ਼ਾਦ ਔਰਤ ਕੌਣ ਹੈ? ਪਰ ਯਰੂਸ਼ਲਮ ਜੋ ਉਤਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇੱਥੇ ਇਹ ਬਹੁਤ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ। 그렇다면 ਤਾਂ ਸੰਸਾਰਿਕ ਪ੍ਰਣਾਲੀ ਅਤੇ ਸਵਰਗੀ ਪ੍ਰਣਾਲੀ ਭਰਪੂਰ ਨਕਲ ਅਤੇ ਅਸਲੀਅਤ ਦੇ ਰੂਪ ਨਾਲ ਸੰਬੰਧਿਤ ਹੈ। 이 보이는 ਸਾਨੂੰ ਦਿਖਾਈ ਦੇਣ ਵਾਲੀ ਦੁਨੀਆ ਦੇ ਦੁਆਰਾ ਆਤਮਿਕ ਅਣਡਿੱਠੀ ਦੁਨੀਆ ਦੀਆਂ ਚੀਜ਼ਾਂ ਸਿਖਾਉਣ ਲਈ ਪਰਮੇਸ਼ਵਰ ਨੇ ਧਰਤੀ ਤੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਹੈ ਨਾ? 계시록 ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 4 ਜਾਂ ਰੋਮੀਓ ਅਧਿਆਇ 1 ਦੇਖੀਏ, ਇਹ ਕਹਿੰਦਾ ਹੈ ਕਿ ਸਾਨੂੰ ਇਹ ਦੱਸਣ ਲਈ ਕਿ ਸਵਰਗ ਵਿੱਚ ਕੀ ਹੈ, ਪਰਮੇਸ਼ਵਰ ਨੇ ਇਸ ਧਰਤੀ ਤੇ ਸਾਰੀ ਵਿਵਸਥਾਵਾਂ ਬਣਾਈਆਂ ਹਨ। 그렇다면 ਸਿਰਫ ਜਦੋਂ ਅਸੀਂ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹਾਂ 그것이 ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸੱਚਾਈ ਵਿੱਚ ਹਾਂ। 그럼 그렇지 않은 ਜੋ ਲੋਕ ਮਾਤਾ ਦੀ ਸੱਚਾਈ ਨੂੰ ਸਵੀਕਾਰ ਨਹੀਂ ਕਰਦੇ
ਉਹ ਝੂਠੇ ਨਬੀਆਂ, ਝੂਠੇ ਮਸੀਹਾਂ, ਝੂਠੇ ਸਿਧਾਂਤਾਂ 그 거짓된 교회 ਅਤੇ ਝੂਠੇ ਚਰਚਾ ਨਾਲ ਸੰਬੰਧਿਤ ਹੁੰਦੇ ਹਨ। ਇਸ ਲਈ 그런 정도의 ਉਹ ਸਿਰਫ ਉਹੀ ਸਿੱਖ ਸਕਦੇ ਹਨ ਜੋ ਝੂਠ ਹੈ। 배울 수가 없더라는 것이 ਆਓ ਅਸੀਂ ਰੋਮੀਓ 로마서 1장 ਅਧਿਆਇ 1 ਵਚਨ 18 ਤੇ ਨਜ਼ਰ ਪਾਈਏ। 하나님의 ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ, ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਤਾਂ ਆਕਾਸ਼ੋਂ ਪ੍ਰਗਟ ਹੋਇਆ, ਕਿਉਂ ਜੋ ਪਰਮੇਸ਼ਵਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ। ਇਸ ਲਈ ਜੋ ਪਰਮੇਸ਼ਵਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ, 하는 것들 ਕਿਉਂ ਜੋ ਜਗਤ ਦੇ ਉਤਪਤ 영원하신 ਹੋਣ ਤੋਂ ਉਹਦਾ ਅਣਡਿੱਠਾ ਸੁਭਾਅ ਅਰਥਾਤ ਉਹਦੀ ਅਨਾਦੀ ਸਮਰਥਾ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ 만드신 만물에 ਕੀ 했다고요? ਚੰਗੀ ਤਰ੍ਹਾਂ ਦਿਸ ਪੈਂਦੀ ਹੈ। 그래서 알게 해 놓으셨다고 했어요. 만물을 만드신 ਜਦੋਂ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਤਾਂ ਉਹਨਾਂ ਨੇ ਕਿਵੇਂ ਬਣਾਇਆ ਤਾਂ ਜੋ ਅਣਡਿੱਠੀ ਦੁਨੀਆ ਨੂੰ ਸਪਸ਼ਟ ਰੂਪ ਨਾਲ ਸਮਝ ਸਕੀਏ। 그러므로 저희가 ਇੱਥੋਂ ਤੱਕ ਕਿ ਉਹ ਕਿਵੇਂ ਹਨ, 핑계치 못할 ਇਸ ਕਰਕੇ ਉਹਨਾਂ ਦੇ ਲਈ ਕੋਈ ਉਜਰ ਨਹੀਂ। ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਮੈਂ ਨਹੀਂ ਜਾਣਦਾ ਸੀ। 식물의 세계, 바다의 ਮੈਦਾਨ ਦੇ ਸਾਰੇ ਪਸ਼ੂਆਂ, ਪੌਦਿਆਂ, ਸਮੁੰਦਰ ਦੀਆਂ ਮੱਛੀਆਂ ਅਤੇ ਹਵਾ ਵਿੱਚ ਪੰਛੀਆਂ ਦੇ ਵਿਚਕਾਰ ਕੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜੋ ਬਿਨਾਂ ਮਾਤਾ ਦੇ ਪੈਦਾ ਹੁੰਦੀ ਹੈ? 하나님께서 그 ਫਿਰ ਪਰਮੇਸ਼ਵਰ ਨੇ ਮਾਵਾਂ ਨੂੰ ਕਿਉਂ ਬਣਾਇਆ? 어머니 없이 그냥 ਪਰਮੇਸ਼ਵਰ ਆਸਾਨੀ ਨਾਲ 몇 마리씩 ਇਸ ਤਰ੍ਹਾਂ ਬਣਾ ਸਕਦੇ ਸੀ ਕਿ ਮਾਤਾ ਤੋਂ ਬਿਨਾਂ ਕਈ ਬੱਚੇ ਇੱਕ ਸਮੇਂ ਵਿੱਚ ਪੈਦਾ ਹੋ ਸਕਣ, ਕਿ ਨਹੀਂ? 얼마든지 그렇게 ਪਰਮੇਸ਼ਵਰ ਪੱਕਾ ਹੀ ਇਸ ਤਰ੍ਹਾਂ ਕਰ ਸਕਦੇ ਹਨ, ਪਰ ਉਹ ਸਾਨੂੰ 탄생케 ਕੁਦਰਤ ਦੀ ਯੋਜਨਾ ਦੇ ਦੁਆਰਾ, ਜਿਸ ਵਿੱਚ ਸਭ ਪ੍ਰਕਾਰ ਦੇ ਜੀਵਾਂ ਨੂੰ ਉਹਨਾਂ ਦੀ ਮਾਵਾਂ ਦੇ ਦੁਆਰਾ ਜੀਵਨ ਦਿੱਤਾ ਜਾਂਦਾ ਹੈ, 주시고 싶은 ਆਪਣੀ ਮਰਜ਼ੀ ਸਿਖਾਉਣਾ ਚਾਹੁੰਦੇ ਸੀ। 반드시 ਪੱਕੀ ਤੌਰ ਤੇ ਆਤਮਿਕ ਦੁਨੀਆ ਵਿੱਚ ਤੁਹਾਡੀ ਸਵਰਗੀ ਮਾਤਾ ਦੀ ਮੌਜੂਦਗੀ ਹੈ। ਇਸ ਲਈ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰੋ ਅਤੇ ਉਹ ਸੰਤਾਨ ਬਣੋ ਜਿੱਥੇ ਕਿਤੇ ਉਹ ਜਾਵੇ ਉਹਨਾਂ ਦੇ ਪਿੱਛੇ ਜਾ ਸਕੇ। 어머니 말씀 ਪਿਤਾ ਨੇ ਕੋਰੀਏ ਕਹਾਵਤ ਦੇ ਨਾਲ ਵੀ ਸਮਝਾਇਆ ਤਾਂ ਜੋ ਅਸੀਂ ਉਹਨਾਂ ਦੀ ਮਰਜ਼ੀ ਨੂੰ ਆਸਾਨੀ ਨਾਲ ਸਮਝ ਸਕੀਏ। ਮਾਤਾ ਦੇ ਵਚਨਾਂ ਦਾ ਪਾਲਨ ਕਰੋ ਤਾਂ ਸੁੱਤੇ ਹੋਏ ਵੀ ਤੁਹਾਨੂੰ ਚਾਵਲ ਦਾ ਕੇਕ ਮਿਲ ਸਕਦਾ ਹੈ। 또 여러분들이 ਨਾਲ ਹੀ ਜਿਵੇਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਪਿਤਾ ਨੇ ਲਿਖਿਆ, ਐਲੀਸ਼ਾ ਨੇ ਏਲੀਆ ਦਾ ਪਾਲਨ ਕੀਤਾ, ਯਹੋਸ਼ੂ ਨੇ ਮੂਸਾ ਦਾ ਪਾਲਨ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਨ ਕੀਤਾ ਅਤੇ ਮੈਂ ਮਾਤਾ ਦਾ ਪਾਲਨ ਕਰਦਾ ਹਾਂ। ਮੈਂ ਤੁਹਾਨੂੰ ਨਮੂਨਾ ਦਿਖਾ ਦਿੱਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਿਆ ਕਰੋ। ਅੱਜ ਸਾਡੇ ਦਿਲਾਂ ਦੀ ਡੂੰਘਾਈਆਂ ਵਿੱਚ ਇਹਨਾਂ ਵਚਨਾਂ ਨੂੰ ਇੱਕ ਵਾਰ ਫਿਰ ਤੋਂ ਲਿਖਦੇ ਹੋਏ ਸਾਨੂੰ ਸਾਰਿਆਂ ਨੂੰ ਝੂਠ ਵਿੱਚੋਂ ਸੱਚ ਨੂੰ ਪਹਿਚਾਨਣਾ ਚਾਹੀਦਾ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇੱਕ ਹੋਰ ਵਚਨ ਦੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17। 성령과 ਆਤਮਾ ਤੇ ਲਾੜੀ ਆਖਦੀ ਹੈ। 요한계시록 19장 ਪ੍ਰਕਾਸ਼ ਦੀ ਪੋਥੀ 19 ਵਿੱਚ ਇਹ ਲਿਖਿਆ ਹੈ, 어린 양이 아내라고 돼 ਲੇਲਾ ਅਤੇ ਉਸ ਦੀ ਲਾੜੀ। 21장에 보면 ਪ੍ਰਕਾਸ਼ ਦੀ ਪੋਥੀ 21 ਵਿੱਚ ਇਹ ਲਿਖਿਆ ਹੈ, ਲੇਲਾ ਅਤੇ ਲੇਲੇ ਦੀ ਪਤਨੀ। 1장 17절에 보면 ਪ੍ਰਕਾਸ਼ ਦੀ ਪੋਥੀ 22 ਦੇ 17 ਵਿੱਚ ਇਹ ਲਿਖਿਆ ਹੈ, ਆਤਮਾ ਅਤੇ ਲਾੜੀ। 어린 양을 ਜੋ ਆਤਮਾ ਲੇਲੇ ਨੂੰ ਦਰਸਾਉਂਦੀ ਹੈ, 성령 시대 ਇਹ ਲੇਲਾ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਣ ਵਾਲਾ ਹੈ। ਇਸ ਲਈ ਇਹ ਦੂਸਰੀ ਵਾਰੀ ਆਉਣ ਵਾਲੇ ਮਸੀਹ ਹੋਣੇ ਚਾਹੀਦੇ ਹਨ, ਹੈ ਨਾ? ਆਤਮਿਕ ਨਜ਼ਰੀਏ ਨਾਲ ਦੂਸਰੀ ਵਾਰੀ ਆਉਣ ਵਾਲੇ ਮਸੀਹ ਸਾਡੇ ਪਿਤਾ ਹਨ। ਪਿਤਾ ਅਤੇ ਲਾੜੀ। ਲਾੜੀ ਕੌਣ ਹੈ? ਪਿਤਾ ਅਤੇ ਮਾਤਾ ਕਹਿ ਰਹੇ ਹਨ ਅਤੇ ਸਾਡੀ ਅਗਵਾਈ ਕਰ ਰਹੇ ਹਨ। 아버지 어머니께서 ਸਾਨੂੰ ਬਾਈਬਲ ਦੇ ਦੁਆਰਾ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਚਰਚ ਨਹੀਂ ਹੈ ਜੋ ਸਾਨੂੰ ਉਸ ਸਵਰਗ ਵੱਲ ਲੈ ਜਾ ਸਕੇ ਜਿੱਥੇ ਪਿਤਾ ਅਤੇ ਮਾਤਾ ਸਾਨੂੰ 확인해야 되겠어요. ਆਉਣ ਲਈ ਕਹਿੰਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17। 신부가 말 ਆਤਮਾ ਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ, ਆਓ। 자도 올 것이요. ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। 내가 이 책의 예언에 ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। 외에 더함이 ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ। 이 책 ਅਤੇ ਜੇ ਕੋਈ ਇਸ ਅਗਮ ਵਾਕ ਦੀ ਪੋਥੀ ਦੀ ਬਾਣੀਆਂ ਵਿੱਚੋਂ ਕੁਝ ਘਟਾਵੇ 이 책의 ਤਾਂ ਜੀਵਨ ਦੇ ਬਿਸ਼ਤ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਨਾਂ ਦਾ ਹਿੱਸਾ ਘਟਾਵੇਗਾ। 더하지 말고 빼지 ਕਿੰਨਾ ਵਚਨਾਂ ਦੇ ਬਾਅਦ ਪਰਮੇਸ਼ਰ ਨੇ ਕਿਹਾ ਨਾ ਵਧਾਉਣਾ ਤੇ ਨਾ ਘਟਾਉਣਾ। ਇਹ ਆਤਮਾ ਤੇ ਲਾੜੀ ਦੇ ਬਾਰੇ ਸਾਖੀ ਦੇਣ ਦੇ ਤੁਰੰਤ ਬਾਅਦ ਸੀ ਜੋ ਕਹਿੰਦੇ ਹਨ ਆ। 성령과 신부께서 ਇਹਨਾਂ ਦਿਨਾਂ ਵਿੱਚ ਕਿਹੜੇ ਚਰਚ ਵਿੱਚ ਆਤਮਾ ਤੇ ਲਾੜੀ ਦੋਨੋਂ ਕਹਿੰਦੇ ਹਨ ਆ? ਇਹ ਸਾਡਾ ਚਰਚ ਹੈ ਅਰਥਾਤ ਚਰਚ ਆਫ ਗੋਡ। 성령과 신부께서 ਆਤਮਾ ਤੇ ਲਾੜੀ ਪ੍ਰਗਟ ਹੁੰਦੇ ਹਨ ਅਤੇ ਸਾਨੂੰ ਉਹ ਜਲ ਦਿੰਦੇ ਹਨ ਜੋ ਮਨੁੱਖ ਜਾਤੀ ਨੂੰ ਜੀਵਨ ਦਿੰਦਾ ਹੈ ਨਾ? ਮਨੁੱਖ ਜਾਤੀ ਦੀ ਜੀਵਨ ਅਤੇ ਮੁਕਤੀ ਵਿੱਚ ਅਗਵਾਈ ਕਰਨ ਲਈ
ਪਰਮੇਸ਼ਵਰ ਨੇ ਸਵਰਗੀ ਮਾਤਾ ਨੂੰ ਨਵੇਂ ਨੇਮ ਦੀ ਅਸਲੀਅਤ ਦੇ ਰੂਪ ਵਿੱਚ ਪ੍ਰਗਟ ਕੀਤਾ। 우리로 하여금 ਉਹਨਾਂ ਨੇ ਸਾਨੂੰ ਜਾਣਨ ਦਿੱਤਾ ਕਿ ਨਵਾਂ ਨੇਮ ਹੀ ਉਹ ਨੇਮ ਹੈ ਜਿਸ ਦੇ ਦੁਆਰਾ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਨੇ ਫਸਾ ਨੂੰ ਉਸ ਦਿਨ ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ ਨਵੇਂ ਨੇਮ ਦੀ ਘੋਸ਼ਣਾ ਕੀਤੀ ਜਦੋਂ ਅਸੀਂ ਪਰਮੇਸ਼ਵਰ ਦਾ ਪਵਿੱਤਰ ਮਾਸ ਅਤੇ ਲਹੂ ਪ੍ਰਾਪਤ ਕਰ ਸਕਦੇ ਹਾਂ, ਹੈ ਨਾ। 나눠주는 ਜਦੋਂ ਅਸੀਂ ਇੱਕ ਹੀ ਮਾਸ ਅਤੇ ਲਹੂ ਸਾਂਝਾ ਕਰਦੇ ਹਾਂ 된다고요. ਫਿਰ ਅਸੀਂ ਇੱਕ ਹੀ ਪਰਿਵਾਰ ਦਾ ਹਿੱਸਾ ਹੋ ਸਕਦੇ ਹਾਂ। 혈연 관계가 맺어지고 ਫਿਰ ਅਸੀਂ ਲਹੂ ਨਾਲ ਸੰਬੰਧਿਤ ਹੁੰਦੇ ਹਾਂ, ਹੈ ਨਾ। 이 관계를 ਇਸ ਲਈ ਸਾਡੇ ਪਿਤਾ ਨੇ ਸਾਨੂੰ ਸਮਝਾਉਣ ਲਈ ਜਾਣਕਾਰੀ ਦਿੱਤੀ ਕਿ ਇਹ ਸੰਬੰਧ ਨਵੇਂ ਨੇਮ ਦੁਆਰਾ ਸਥਾਪਿਤ ਹੋਇਆ ਹੈ ਅਤੇ ਸਵਰਗੀ ਮਾਤਾ ਨਵੇਂ ਨੇਮ ਦੇ ਕੇਂਦਰ ਵਿੱਚ ਹੈ। 나조차도 ਉਹਨਾਂ ਨੇ ਸਾਡੇ ਲਈ ਆਪਣੀ ਸਿੱਖਿਆ ਛੱਡੀ। ਮੈਂ ਵੀ ਮਾਤਾ ਦਾ ਪਾਲਨ ਕਰਦਾ ਹਾਂ। 가지 어디로 ਇਸ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਕਿਤੇ ਵੀ ਮਾਤਾ ਜਾਣ ਅੰਤ ਤੱਕ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਹੈ। ਇਹ ਦਾਵਾ ਕਿ ਸਾਨੂੰ ਸਿਰਫ ਪਿਤਾ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਇਹ ਸਿੱਖਿਆ ਕਿ ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੋਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਹਨਾਂ ਦੋਨਾਂ ਵਿੱਚੋਂ ਕਿਹੜਾ ਦਾਵਾ ਸੱਚਾਈ ਨਾਲ ਸੰਬੰਧਿਤ ਹੈ ਅਤੇ ਕਿਹੜਾ ਝੂਠ ਵਿੱਚ ਵਿਸ਼ਵਾਸ ਨਾਲ ਸੰਬੰਧਿਤ ਹੈ। 아버지 하나님과 ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਸੱਚਾ ਵਿਸ਼ਵਾਸ ਹੈ 신앙이 ਜਿਸ ਕਰਕੇ ਸਾਨੂੰ ਪਰਮੇਸ਼ਵਰ ਦੀ ਸੰਤਾਨ ਬਣਨ ਦੀ ਇਜਾਜ਼ਤ ਮਿਲ ਸਕਦੀ ਹੈ ਅਤੇ ਅਸੀਂ ਸਵਰਗ ਦੇ ਰਾਜ ਵਿੱਚ ਸਦੀਪਕ ਮੁਕਤੀ ਪਾ ਸਕਦੇ ਹਾਂ। 그 신앙의 길로 ਸਾਨੂੰ 다시 따름의 도를 ਅੰਤ ਤੱਕ ਵਿਸ਼ਵਾਸ ਦੇ ਇਸ ਰਾਹ ਦਾ ਪਾਲਨ ਕਰਨਾ ਚਾਹੀਦਾ ਹੈ। 우리가 진실로 이 ਜੇਕਰ ਅਸੀਂ ਅਸਲ ਵਿੱਚ ਇਸ ਕਿਰਪਾ ਨਾਲ ਭਰਪੂਰ ਯੁੱਗ ਵਿੱਚ ਜੀ ਰਹੇ ਹਾਂ ਜਦੋਂ ਅਸੀਂ ਸਵਰਗੀ ਮਾਤਾ ਨਾਲ ਮਿਲ ਸਕਦੇ ਹਾਂ ਤਾਂ ਸਾਨੂੰ ਪਰਮੇਸ਼ਵਰ ਦੀ ਇਸ ਵੱਡਮੁੱਲੀ ਸਿੱਖਿਆ ਨੂੰ ਸਿਰਫ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ ਬਲਕਿ ਉਹਨਾਂ ਸਾਰਿਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਚਾਹੀਦਾ ਹੈ ਜੋ ਇਸ ਨੂੰ ਨਹੀਂ ਜਾਣਦੇ। ਆਸ ਕਰਦੇ ਹੋਏ ਕਿ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਵੀ ਪ੍ਰਚਾਰ ਕਰਕੇ ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੀ ਆਤਮਾਵਾਂ ਨਾਲ ਮੁਕਤੀ ਦਾ ਮੌਕਾ ਸਾਂਝਾ ਕਰਾਂਗੇ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।